ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 20 ਅਪ੍ਰੈਲ ਦੇ ਇਤਿਹਾਸ ਬਾਰੇ। ਅੰਗਰੇਜ਼ਾਂ ਦੇ ਜ਼ੁਲਮਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪਹਿਲੀ ਕ੍ਰਾਂਤੀ 20 ਅਪ੍ਰੈਲ 1857 ਨੂੰ ਹਿਮਾਚਲ ਦੇ ਕਸੌਲੀ ਛਾਉਣੀ ਤੋਂ ਸ਼ੁਰੂ ਹੋਈ ਸੀ। ਇਸੇ ਦਿਨ ਅੰਬਾਲਾ ਰਾਈਫਲ ਡਿਪੋ ਦੇ 6 ਭਾਰਤੀ ਜਵਾਨਾਂ ਨੇ ਕਸੌਲੀ ਥਾਣੇ ਨੂੰ ਅੱਗ ਲਗਾ ਦਿੱਤੀ ਸੀ। ਨਤੀਜੇ ਵਜੋਂ ਅੰਗਰੇਜ਼ਾਂ ਨੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਅਤੇ ਕਈਆਂ ਨੂੰ ਫਾਂਸੀ ਦੇ ਦਿੱਤੀ ਗਈ। ਕਸੌਲੀ ਵਿੱਚ ਕ੍ਰਾਂਤੀ ਦੀ ਲਾਟ ਤੋਂ ਭੜਕੇ ਚੰਗਿਆੜੇ ਨੂੰ ਪੂਰੇ ਹਿਮਾਚਲ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ ਅਤੇ ਲੋਕਾਂ ਦੇ ਦਿਲਾਂ ਵਿੱਚ ਆਜ਼ਾਦੀ ਦੀ ਲਾਟ ਜਗਾ ਦਿੱਤੀ ਸੀ। ਕਸੌਲੀ ਤੋਂ ਬਾਅਦ ਕ੍ਰਾਂਤੀ ਦੀ ਲਹਿਰ ਦਾਗਸਾਈ, ਸੁਬਾਥੂ, ਕਾਲਕਾ ਅਤੇ ਜਤੋਖ ਛਾਉਣੀਆਂ ਸਮੇਤ ਹਿਮਾਚਲ ਵਿੱਚ ਫੈਲ ਗਈ। ਜਿਵੇਂ ਹੀ ਅੰਗਰੇਜ਼ਾਂ ਨੂੰ ਮੇਰਠ, ਦਿੱਲੀ ਅਤੇ ਅੰਬਾਲਾ ਵਿੱਚ ਬਗਾਵਤ ਦੀ ਸੂਚਨਾ ਮਿਲੀ ਤਾਂ ਅੰਗਰੇਜ਼ਾਂ ਨੇ ਕਸੌਲੀ ਛਾਉਣੀ ਦੇ ਸਿਪਾਹੀਆਂ ਨੂੰ ਅੰਬਾਲਾ ਵੱਲ ਕੂਚ ਕਰਨ ਦਾ ਹੁਕਮ ਦਿੱਤਾ, ਜਿਸ ਨੂੰ ਭਾਰਤੀ ਸਿਪਾਹੀਆਂ ਨੇ ਨਾ ਮੰਨਦਿਆਂ ਖੁੱਲ੍ਹੇਆਮ ਬਗਾਵਤ ਕੀਤੀ ਅਤੇ ਹਥਿਆਰ ਚੁੱਕ ਲਏ। ਇਸ ਦੇ ਨਾਲ ਹੀ ਪੂਰੇ ਦੇਸ਼ ਵਿੱਚ ਕ੍ਰਾਂਤੀ ਲਿਆਉਣ ਲਈ ਇੱਕ ਗੁਪਤ ਸੰਗਠਨ ਦਾ ਗਠਨ ਕੀਤਾ ਗਿਆ। ਪਹਾੜਾਂ ਵਿੱਚ ਇਸ ਦੇ ਆਗੂ ਪੰਡਿਤ ਰਾਮ ਪ੍ਰਸਾਦ ਬੈਰਾਗੀ ਸਨ। 12 ਜੂਨ 1857 ਨੂੰ ਇਸ ਸੰਸਥਾ ਦੇ ਕੁਝ ਪੱਤਰ ਅੰਬਾਲਾ ਦੇ ਕਮਿਸ਼ਨਰ ਕੋਲ ਪਹੁੰਚ ਗਏ, ਜਿਸ ਵਿੱਚ ਰਾਮ ਪ੍ਰਸਾਦ ਬੈਰਾਗੀ ਦੀਆਂ 2 ਚਿੱਠੀਆਂ ਵੀ ਸ਼ਾਮਿਲ ਸਨ। ਇਸੇ ਦੇ ਚੱਲਦੇ ਜਥੇਬੰਦੀ ਦੇ ਭੇਤ ਦਾ ਪਰਦਾਫਾਸ਼ ਹੋ ਗਿਆ ਅਤੇ ਬੈਰਾਗੀ ਨੂੰ ਗ੍ਰਿਫਤਾਰ ਕਰਕੇ ਅੰਬਾਲਾ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਪਰ ਉਸ ਸਮੇਂ ਦੇ ਇਨਕਲਾਬੀਆਂ ਵੱਲੋਂ ਜਗਾਈ ਚੰਗਿਆੜੀ ਦੇ ਸਿੱਟੇ ਵਜੋਂ ਦੇਸ਼ 90 ਸਾਲਾਂ ਬਾਅਦ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਸਕਿਆ। 20 ਅਪ੍ਰੈਲ 1960 ਨੂੰ ਆਧੁਨਿਕ ਬੰਸਰੀ ਦੇ ਪਿਤਾਮਾ ਮੰਨੇ ਜਾਂਦੇ ਪੰਨਾ ਲਾਲ ਗੋਸ਼ ਦਾ ਦੇਹਾਂਤ ਨਵੀਂ ਦਿੱਲੀ ਵਿੱਚ ਹੋਇਆ ਸੀ। ਪੰਨਾ ਲਾਲ ਗੋਸ਼ ਨੇ ਬੰਸਰੀ ਵਰਗੇ ਲੋਕ ਸਾਜ਼ ਨੂੰ ਕਲਾਸੀਕਲ ਸਾਜ਼ ਵਜੋਂ ਸਥਾਪਿਤ ਕੀਤਾ। ਉਹਨਾਂ ਦੇ ਯਤਨਾਂ ਸਦਕਾ ਅੱਜ ਦੇ ਫਿਊਜ਼ਨ ਸੰਗੀਤ ਵਿੱਚ ਬੰਸਰੀ ਦੀ ਅਹਿਮ ਥਾਂ ਹੈ। ਪੰਨਾ ਲਾਲ ਗੋਸ਼ ਨੇ ਕਈ ਫਿਲਮਾਂ ਵਿੱਚ ਬੰਸਰੀ ਵੀ ਵਜਾਈ ਜੋ ਅੱਜ ਵੀ ਵਿਲੱਖਣ ਮੰਨੀ ਜਾਂਦੀ ਹੈ। ਇਹਨਾਂ ਫਿਲਮਾਂ 'ਚ ਮੁਗਲੇ ਆਜ਼ਮ ਅਤੇ ਬਸੰਤ ਬਹਾਰ ਵਰਗੀਆਂ ਕਈ ਮਸ਼ਹੂਰ ਫਿਲਮਾਂ ਸ਼ਾਮਿਲ ਹਨ। ਪੰਨਾ ਲਾਲ ਗੋਸ਼ ਦਾ ਅਸਲੀ ਨਾਮ ਅਮਲ ਜੋਤੀ ਗੋਸ਼ ਸੀ। ਉਹਨਾਂ ਦੇ ਦਾਦਾ ਹਰੀ ਕੁਮਾਰ ਗੋਸ਼ ਅਤੇ ਪਿਤਾ ਅਕਸ਼ੇ ਕੁਮਾਰ ਕੌਰ ਨਿਪੁੰਨ ਸੰਗੀਤਕਾਰ ਸਨ। ਉਹਨਾਂ ਦੀ ਮਾਤਾ ਸੁਕੁਮਾਰੀ ਇੱਕ ਮਸ਼ਹੂਰ ਗਾਇਕਾ ਸੀ। ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਪੰਨਾ ਲਾਲ ਗੋਸ਼ ਨੇ ਗੁਰੂਦੇਵ ਰਵਿੰਦਰਨਾਥ ਟੈਗੋਰ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਨਾਲ ਹੀ ਬੰਗਾਲ ਦੇ ਸਮਕਾਲੀਨ ਸੰਗੀਤ ਅਤੇ ਕਵਿਤਾ ਵਿੱਚ ਇੱਕ ਪੁਨਰ ਜਾਗਰਣ ਦੀ ਸ਼ੁਰੂਆਤ ਕੀਤੀ। ਪੰਨਾ ਲਾਲ ਗੋਸ਼ ਨੇ ਬੰਸਰੀ ਨੂੰ ਸੰਸ਼ੋਧਿਤ ਕੀਤਾ ਤਾਂ ਜੋ ਇਸ ਨੂੰ ਲੋਕ ਸੰਗੀਤ ਤੋਂ ਲੈ ਕੇ ਸ਼ਾਸਤਰੀ ਸੰਗੀਤ ਤੱਕ ਵਜਾਉਣ ਦੇ ਯੋਗ ਬਣਾਇਆ ਜਾ ਸਕੇ। ਉਹਨਾਂ ਨੇ ਕੁਝ ਨਵੇਂ ਰਾਗਾਂ ਦੀ ਰਚਨਾ ਵੀ ਕੀਤੀ। ਉਹਨਾਂ ਦੁਆਰਾ ਤਿਆਰ ਕੀਤੀ ਲੰਬੀ ਬਾਂਸ ਦੀ ਬੰਸਰੀ ਨੂੰ ਬਾਅਦ ਦੇ ਬੰਸਰੀ ਵਾਦਕਾਂ ਵੱਲੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਲਈ ਪ੍ਰਸਿੱਧ ਤੌਰ ਤੇ ਵਜਾਇਆ ਜਾਂਦਾ ਹੈ। ਉੜੀਆ ਸਾਹਿਤਕਾਰ ਗੋਪੀਨਾਥ ਮੋਹੰਤੀ ਦਾ ਜਨਮ 20 ਅਪ੍ਰੈਲ 1914 ਨੂੰ ਹੋਇਆ ਸੀ। ਉਹਨਾਂ ਦਾ ਪਹਿਲਾ ਨਾਵਲ 1940 ਵਿੱਚ ਪ੍ਰਕਾਸ਼ਿਤ ਹੋਇਆ ਸੀ, ਜਿਸ ਦਾ ਸਿਰਲੇਖ ਸੀ ਮਨ ਗਹਿਰਾਰਾ ਚਾਸਾ। ਹਿੰਦੀ ਵਿੱਚ ਇਸ ਦਾ ਅਰਥ ਹੈ ਡੂੰਗੀ ਇੱਛਾ। ਗੋਪੀਨਾਥ ਦੇ 5 ਨਾਵਲ ਅਤੇ ਕਈ ਛੋਟੀਆਂ ਕਹਾਣੀਆਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਹਾਲਾਂਕਿ ਉਹਨਾਂ ਦੀ ਭਾਸ਼ਾ ਦੀਆਂ ਬਾਰੀਕੀਆਂ ਨੂੰ ਅੰਗਰੇਜ਼ੀ ਵਿੱਚ ਦਰਸਾਉਣਾ ਬਹੁਤ ਮੁਸ਼ਕਿਲ ਹੈ, ਪਰ ਫਿਰ ਵੀ ਅਨੁਵਾਦਕਾਰ ਨੇ ਉੜੀਆ ਤੋਂ ਅਣਜਾਣ ਪਾਠਕਾਂ ਤੱਕ ਮੂਲ ਲੇਖਕਾਂ ਦੀ ਅਮੀਰੀ ਅਤੇ ਜਟਿਲਤਾ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਗੋਪੀਨਾਥ ਮੋਹੰਤੀ ਨੂੰ ਉੜੀਆ ਸਾਹਿਤ ਲਈ ਯੋਗਦਾਨ ਲਈ 1973 ਵਿੱਚ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1981 ਵਿੱਚ ਉਹਨਾਂ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ। 20 ਅਪ੍ਰੈਲ 1946 ਨੂੰ ਸੰਯੁਕਤ ਰਾਸ਼ਟਰ ਦੀ ਪੂਰਵਗਾਮੀ ਸੰਸਥਾ ਲੀਗ ਆਫ ਨੇਸ਼ਨਸ ਨੂੰ ਅਧਿਕਾਰਿਤ ਤੌਰ ਤੇ ਭੰਗ ਕਰ ਦਿੱਤਾ ਗਿਆ ਸੀ ਅਤੇ ਇਸ ਦੀਆਂ ਸਾਰੀਆਂ ਜਾਇਦਾਦਾਂ ਨੂੰ ਸੰਯੁਕਤ ਰਾਸ਼ਟਰ ਦੇ ਹਵਾਲੇ ਕਰ ਦਿੱਤੀਆਂ ਗਈਆਂ ਸਨ। ਲੀਗ ਆਫ ਨੇਸ਼ਨਸ ਦੀ ਸਥਾਪਨਾ 10 ਜਨਵਰੀ 1920 ਨੂੰ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਅੰਤਰਰਾਸ਼ਟਰੀ ਸ਼ਾਂਤੀ ਬਣਾਏ ਰੱਖਣਾ ਅਤੇ ਦੇਸ਼ ਵਿਚਕਾਰ ਸਹਿਯੋਗ ਵਧਾਉਣਾ ਸੀ। ਲੀਗ ਆਫ ਨੇਸ਼ਨ ਨੇ 1920 ਦੇ ਦਹਾਕੇ ਵਿੱਚ ਕੁਝ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ, ਪਰ 1930 ਦੇ ਦਹਾਕੇ ਵਿੱਚ ਧੂਰੀ ਸ਼ਕਤੀਆਂ ਦੇ ਹਮਲੇ ਨੂੰ ਰੋਕਣ ਵਿੱਚ ਅਸਮਰਥ ਰਹੀ। ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ 'ਚ ਪਤਾ ਚੱਲ ਗਿਆ ਸੀ ਕਿ ਲੀਗ ਆਪਣੇ ਮੁੱਖ ਉਦੇਸ਼ ਵਿੱਚ ਅਸਫਲ ਰਹੀ ਹੈ। 1946 ਵਿੱਚ ਸੰਯੁਕਤ ਰਾਸ਼ਟਰ ਨੇ ਰਾਸ਼ਟਰ ਸੰਘ ਦੀ ਥਾਂ ਲੈ ਲਈ। 20 ਅਪ੍ਰੈਲ 1902 ਨੂੰ ਮੈਡਮ ਮੈਰੀ ਕਿਊਰੀ ਅਤੇ ਉਹਨਾਂ ਦੇ ਪਤੀ ਪੀਰੇ ਕਿਊਰੀ ਨੇ ਰੇਡੀਓ ਐਕਟਿਵ ਪਦਾਰਥ ਰੇਡੀਅਮ ਅਤੇ ਪੋਲੋਨੀਅਮ ਨੂੰ ਪੀਚ ਫਲੈਗ ਨਾਂ ਦੇ ਖਣਿਜ ਤੋਂ ਵੱਖ ਕੀਤਾ ਸੀ। ਉਹਨਾਂ ਦੀ ਖੋਜ ਨੇ ਵਿਗਿਆਨਿਕ ਸੰਸਾਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਸੀ। ਉਹਨਾਂ ਦੀ ਖੋਜ ਅੱਗੇ ਜਾ ਕੇ ਕੈਂਸਰ ਦੇ ਇਲਾਜ ਵਿੱਚ ਵਰਦਾਨ ਸਾਬਤ ਹੋਈ। ਇਸ ਦੇ ਲਈ ਉਹਨਾਂ ਨੂੰ 1903 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1911 ਵਿੱਚ ਮੈਡਮ ਕਿਊਰੀ ਨੂੰ ਰੇਡੀਅਮ ਦੇ ਸ਼ੁੱਧੀਕਰਨ ਲਈ ਦੂਜਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ। 19 ਅਪ੍ਰੈਲ 1906 ਨੂੰ ਪੀਰੇ ਕਿਊਰੀ ਦੀ ਪੈਰਿਸ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੀ ਮੈਰੀ ਕਿਊਰੀ ਖੋਜ ਵਿੱਚ ਲੱਗੀ ਰਹੀ। ਲੰਬੇ ਸਮੇਂ ਤੱਕ ਰੇਡੀਏਸ਼ਨ ਹੇਠ ਕੰਮ ਕਰਨ ਕਾਰਨ ਉਹਨਾਂ ਨੂੰ ਲਿਊਕੇਮੀਆ ਨਾਂ ਦੀ ਬਿਮਾਰੀ ਹੋ ਗਈ,
ਜਿਸ ਤੋਂ ਬਾਅਦ 4 ਜੁਲਾਈ 1934 ਨੂੰ ਮੈਡਮ ਮੈਰੀ ਕਿਊਰੀ ਦੀ ਮੌਤ ਹੋ ਗਈ। 20 ਅਪ੍ਰੈਲ 1899 ਨੂੰ ਦੁਨੀਆ ਦੇ ਸਭ ਤੋਂ ਜ਼ਾਲਮ ਤਾਨਾਸ਼ਾਹ ਅਡੋਲਫ ਹਿਟਲਰ ਦਾ ਜਨਮ ਆਸਟਰੀਆ ਵਿੱਚ ਹੋਇਆ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸ 1907 ਵਿੱਚ ਵਿਆਨਾ ਚਲੇ ਗਏ। ਇਸ ਤੋਂ ਬਾਅਦ ਹਿਟਲਰ ਫੌਜ ਵਿੱਚ ਭਰਤੀ ਹੋ ਗਏ। 1918 ਵਿੱਚ ਜਰਮਨੀ ਦੀ ਹਾਰ ਤੋਂ ਬਾਅਦ ਹਿਟਲਰ ਨੇ 1919 ਵਿੱਚ ਫੌਜ ਛੱਡ ਦਿੱਤੀ ਅਤੇ ਨਾਜ਼ੀ ਪਾਰਟੀ ਬਣਾਈ। ਇਸ ਦਾ ਮਕਸਦ ਕਮਿਊਨਿਸਟਾਂ ਅਤੇ ਯਹੂਦੀਆਂ ਤੋਂ ਸਾਰੇ ਅਧਿਕਾਰ ਖੋਣਾ ਸੀ, ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਕਮਿਊਨਿਸਟਾਂ ਅਤੇ ਯਹੂਦੀਆਂ ਕਾਰਨ ਹੀ ਜਰਮਨੀ ਦੀ ਹਾਰ ਹੋਈ ਸੀ। 1923 ਵਿੱਚ ਹਿਟਲਰ ਨੇ ਜਰਮਨ ਸਰਕਾਰ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋਈ। ਫਰਵਰੀ 1924 ਵਿੱਚ ਹਿਟਲਰ ਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਗਿਆ ਅਤੇ ਉਹਨਾਂ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਹਾਲਾਂਕਿ ਉਹ 9 ਮਹੀਨੇ ਹੀ ਜੇਲ੍ਹ ਵਿੱਚ ਰਹੇ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਹਿਟਲਰ ਨੇ ਦੇਖਿਆ ਕਿ ਜਰਮਨੀ ਵਿਸ਼ਵ ਵਿਆਪੀ ਆਰਥਿਕ ਮੰਦਹਾਲੀ ਤੋਂ ਪੀੜਿਤ ਸੀ। ਲੋਕਾਂ ਨੇ ਅਸੰਤੁਸ਼ਟੀ ਦਾ ਫਾਇਦਾ ਉਠਾ ਕੇ ਹਿਟਲਰ ਨੇ ਮੁੜ ਪ੍ਰਸਿੱਧੀ ਹਾਸਲ ਕੀਤੀ। ਉਹਨਾਂ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ। 1932 ਦੀਆਂ ਚੋਣਾਂ ਵਿੱਚ ਹਿਟਲਰ ਰਾਸ਼ਟਰਪਤੀ ਚੁਣੇ ਜਾਣ ਵਿੱਚ ਸਫਲ ਨਹੀਂ ਹੋਏ, ਪਰ 1933 ਵਿੱਚ ਉਹ ਜਰਮਨੀ ਦੇ ਚਾਂਸਲਰ ਬਣ ਗਏ। ਇਸ ਤੋਂ ਬਾਅਦ ਉਹਨਾਂ ਨੇ ਕਮਿਊਨਿਸਟ ਪਾਰਟੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਅਤੇ ਯਹੂਦੀਆਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਜਰਮਨ ਸਾਮਰਾਜ ਦੀ ਸਥਾਪਨਾ ਦੇ ਉਦੇਸ਼ ਨਾਲ ਹਿਟਲਰ ਨੇ ਗੁਆਂਢੀ ਦੇਸ਼ਾਂ ਨਾਲ ਸਾਰੀਆਂ ਸੰਧੀਆਂ ਤੋੜ ਦਿੱਤੀਆਂ, ਉਹਨਾਂ ਤੇ ਹਮਲਾ ਕੀਤਾ, ਜਿਸ ਕਾਰਨ 1939 ਵਿੱਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। ਫਿਰ 30 ਅਪ੍ਰੈਲ 1945 ਨੂੰ ਹਿਟਲਰ ਨੂੰ ਲੱਗਣ ਲੱਗਾ ਕਿ ਹੁਣ ਉਹ ਜਿੱਤ ਨਹੀਂ ਸਕਣਗੇ। ਉਹਨਾਂ ਦੀ ਹਾਰ ਯਕੀਨੀ ਸੀ, ਪਰ ਉਹ ਕਿਸੇ ਵੀ ਕੀਮਤ ਤੇ ਦੁਸ਼ਮਣ ਦੇ ਹੱਥਾਂ ਵਿੱਚ ਨਹੀਂ ਪੈਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। 20 ਅਪ੍ਰੈਲ 1972 ਨੂੰ ਅਪੋਲੋ 16 ਚੰਦਰਮਾ ਤੇ ਉਤਰਿਆ ਸੀ। 16 ਅਪ੍ਰੈਲ 1972 ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅਪੋਲੋ 16 ਨੂੰ ਲਾਂਚ ਕੀਤਾ। ਅਪੋਲੋ 16 ਯੂਐਸ ਚਾਲਕ ਦਲ ਦਾ ਅਪੋਲੋ ਸਪੇਸ ਪ੍ਰੋਗਰਾਮ ਵਿੱਚ 10ਵਾਂ ਮਿਸ਼ਨ ਸੀ। ਚੰਦਰਮਾ ਤੇ ਉਤਰਨ ਦਾ ਇਹ 5ਵਾਂ ਅਤੇ ਆਖਰੀ ਮਿਸ਼ਨ ਸੀ। ਇਸ ਮਿਸ਼ਨ ਵਿੱਚ ਕਮਾਂਡਰ ਜੌਨ ਯੰਗ, ਲੂਨਰ ਮੋਡਿਊਲ ਪਾਇਲਟ ਚਾਰਲਸ ਡਿਊਕ ਅਤੇ ਕਮਾਂਡ ਮੋਡਿਊਲ ਪਾਇਲਟ ਕੇਨ ਮੈਟਿੰਗਲੀ ਸ਼ਾਮਿਲ ਸਨ। 16 ਅਪ੍ਰੈਲ 1972 ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਅਪੋਲੋ 16 ਨੂੰ ਲਾਂਚ ਕੀਤਾ ਗਿਆ, ਜਿਸ ਨੂੰ ਚੰਦਰਮਾ ਦੇ ਰਸਤੇ ਵਿੱਚ ਕਈ ਮਾਮੂਲੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। 27 ਅਪ੍ਰੈਲ 1972 ਨੂੰ ਇਹ ਧਰਤੀ ਤੇ ਸੁਰੱਖਿਅਤ ਰੂਪ ਨਾਲ ਵਾਪਸ ਪਰਤੇ।